ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣੋ ਜੀ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਜੀ ਇੰਡੀਆ ਤੋਂ ਚੱਲਣ ਵਾਲੀਆਂ ਜੋ ਫਲਾਈਟਾਂ ਨੇ ਕਿੰਨੇ ਟਾਈਮ ਦੇ ਲਈ ਉਹਨਾਂ ਨੂੰ ਪਾਬੰਦੀ ਲਾਈ ਗਈ ਹੈ, ਕਿੰਨੇ ਟਾਈਮ ਦੇ ਲਈ ਹੋਰ ਸਸਪੈਂਡ ਕੀਤਾ ਗਿਆ ਜੀ, ਆਖਰ ਕਿੰਨੇ ਟਾਈਮ ਬਾਅਦ ਫਲਾਈਟਾਂ ਚੱਲਣਗੀਆਂ। ਇਹ ਜੋ ਫਲਾਈਟਾਂ ਨੇ ਇਹਨਾਂ ਦੇ ਵਿੱਚ ਐਂਟਰ ਹੋਣ ਦੇ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ, ਕੀ ਵੈਕਸੀਨ ਲਵਾਈ ਤੋਂ ਬਿਨਾਂ ਅਸੀਂ ਇਟਲੀ ਦੇ ਵਿੱਚ ਆ ਸਕਦੇ ਹਾਂ, ਅਤੇ ਜਿਹੜੀ ਵੈਕਸੀਨ ਇੰਡੀਆ ਦੇ ਵਿੱਚ ਲੱਗੀ ਆ ਜਾਂ ਪਾਕਿਸਤਾਨ ਦੇ ਵਿੱਚ ਲੱਗੀ ਆ ਉਹਨਾਂ ਜੋ ਵੈਕਸੀਨਾਂ ਦਾ ਮਾਨਤਾ ਇਟਲੀ ਦੇ ਵਿੱਚ ਉਹਨੂੰ ਪ੍ਰਾਪਤ ਹੈ ਜਾਂ ਨਹੀਂ। ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਕਾਫੀ ਖਬਰਾਂ ਸੁਣਨ ਦੇ ਲਈ ਪੂਰੀਆਂ ਖਬਰਾਂ ਜ਼ਰੂਰ ਸੁਣਿਓ ਜੀ। ਸਭ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਅਸੀਂ ਦੇਖਦੇ ਹਾਂ ਇਟਲੀ ਦੇ ਵਿੱਚ ਅੱਜ ਜੋ ਸਿਚੁਏਸ਼ਨ ਸਾਨੂੰ ਕੀ ਕਹਿੰਦੀ ਆ। ਅੱਜ ਇਟਲੀ ਦੇ ਵਿੱਚ ਜੇ ਗੱਲ ਕੇਸਾਂ ਦੀ ਕਰੀਏ 1193 ਨਵੇਂ ਕੇਸ ਆਏ, 28 ਬੰਦਿਆਂ ਦੀ ਹੋਈ ਮੌਤ, 4087 ਮਰੀਜ਼ ਠੀਕ। ਇਟਲੀ ਦੇ ਵਿੱਚ ਟੋਟਲ 99,150 ਬੰਦੇ ਅੱਜ ਵੀ ਪੋਜ਼ੀਟਿਵ ਮੌਜੂਦ ਨੇ, ਜਿਨ੍ਹਾਂ ਦੇ ਵਿੱਚੋਂ 394 ਬੰਦਾ ICU ਦੇ ਵਿੱਚ ਹੈ, 2504 ਬੰਦਾ ਕੋਵਿਡ ਦੇ ਸਿੰਪਟਮ ਦੇ ਨਾਲ ਹੌਸਪਿਟਲਾਂ ਦੇ ਵਿੱਚ ਹੈ ਅਤੇ 86,252 ਬੰਦੇ ਹੁਣ ਵੀ ਘਰਾਂ ਦੇ ਵਿੱਚ ਕੁਆਰੰਟਾਈਨ ਹੋਏ ਨੇ ਜੀ। ਜੇ ਅਸੀਂ ਗੱਲ ਕਰੀਏ ਵੈਕਸੀਨ ਦੀ, ਅਤੇ ਵੈਕਸੀਨ ਦੇ ਮਾਮਲੇ ਦੇ ਵਿੱਚ ਇੰਡੀਆ ਅੱਜ ਵੀ ਦੁਨੀਆ ਦੇ ਵਿੱਚ ਆਪਣੀ ਜਿਹੜੀ ਤੀਸਰੇ ਰੈਂਕ ਨੂੰ ਬਰਕਰਾਰ ਰੱਖੇ ਹੋਏ, ਜਿਹਨੇ 266.35 ਮਿਲੀਅਨ ਨੂੰ ਪਹਿਲਾ ਅਤੇ 48.81 ਮਿਲੀਅਨ ਨੂੰ ਦੂਸਰਾ ਵੈਕਸੀਨ ਦਾ ਡੋਜ਼ ਲਾ ਦਿੱਤਾ ਜੀ। ਉੱਧਰ ਹੀ ਜੇ ਅਸੀਂ ਗੱਲ ਇਟਲੀ ਦੀ ਕਰੀਏ ਤਾਂ ਇਟਲੀ ਦੇ ਵਿੱਚ 45.2 ਮਿਲੀਅਨ ਨੂੰ ਪਹਿਲਾਂ, ਕਹਿਣ ਦਾ ਭਾਵ 4,50,22,254 ਨੂੰ ਪਹਿਲਾਂ ਅਤੇ 1,52,86,319 ਨੂੰ ਦੂਸਰਾ ਜਿਹੜਾ ਵੈਕਸੀਨ ਦਾ ਡੋਜ਼ ਲੱਗ ਚੁੱਕਾ ਜੀ। ਜੇ ਅਸੀਂ ਗੱਲ ਟੈਸਟਾਂ ਦੀ ਕਰਦੇ ਹਾਂ ਤਾਂ ਇਟਲੀ ਦੇ ਵਿੱਚ ਅੱਜ ਜਿਹੜੇ ਟੈਸਟ ਆ 2,49,988 ਕੀਤੇ ਗਏ ਨੇ। ਕੱਲ੍ਹ ਦੇ ਨਾਲੋਂ 33,962 ਟੈਸਟ ਜਿਹੜਾ ਵੱਧ ਕੀਤਾ ਗਿਆ, ਅਤੇ ਜੋ ਤਾਸੋ ਦੀ ਪੋਜ਼ੀਟਿਵਿਟੀ ਸੀ ਉਹ ਅੱਜ ਵੀ 0.5 ਹੈ। ਕਹਿਣ ਦਾ ਭਾਵ ਹਰ 1000 ਟੈਸਟ ਦੇ ਪਿੱਛੇ 5 ਬੰਦੇ ਪੋਜ਼ੀਟਿਵ ਆ ਰਹੇ ਸਨ। ਅਤੇ ਜੇ ਅਸੀਂ ਗੱਲ ਕਰੀਏ ਹਰ ਰੋਜ਼ ਦੀ ਤਰ੍ਹਾਂ ਟੌਪ 5 ਸਟੇਟਾਂ ਦੀ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਕੇਸ ਆਏ ਨੇ, ਉਹ ਆ ਜੀ ਲੋਂਬਰਦੀ ਆ ਜਿਹਦੇ ਵਿੱਚ 183 ਕੇਸ, ਸਿਚੀਲੀਆ ਦੇ ਵਿੱਚ 183, ਕੰਪਾਨੀਆ ਦੇ ਵਿੱਚ 139, ਕਲਾਬਰੀਆ ਦੇ ਵਿੱਚ 111 ਅਤੇ ਲਾਤਸੀਓ ਦੇ ਵਿੱਚ 101 ਨਵਾਂ ਕੇਸ ਰਜਿਸਟਰ ਹੋਇਆ ਜੀ। ਹੁਣ ਵੱਧਦੇ ਹਾਂ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਮੇਨ ਅਪਡੇਟ ਰਹੇ ਨੇ ਉਹਨਾਂ ਦੇ ਵਿੱਚ ਕੀ ਹੈ ਜੀ। ਸਭ ਤੋਂ ਪਹਿਲਾਂ ਜੋ ਅਪਡੇਟ ਆ ਰਿਹਾ ਜੀ ਉਹ ਹੈ ਜੀ ਇੰਡੀਆ ਤੋਂ। ਇੰਡੀਆ ਦੇ ਵਿੱਚ ਜਿਹੜਾ ਡੈਲਟਾ ਵਾਰੀਅੰਟ ਆ, ਜਿਹਨੂੰ ਪਹਿਲਾਂ ਵਾਰੀਅੰਟ ਇੰਡੀਅਨ ਵੀ ਕਿਹਾ ਜਾ ਰਿਹਾ ਸੀਗਾ, ਜਿਸ ਦਾ ਨਾਮ ਹੁਣ ਡੈਲਟਾ ਵਾਰੀਅੰਟ ਰੱਖਿਆ ਗਿਆ ਜੀ। ਦੱਸਿਆ ਜਾ ਰਿਹਾ ਕਿ ਉਸ ਨੇ ਇੱਕ ਆਪਣਾ ਨਵਾਂ ਰੂਪ ਧਾਰ ਲਿਆ ਜੀ, ਜਿਸ ਦਾ ਨਾਮ ਪਹਿਲਾਂ ਇਹਦਾ ਨਾਮ ਸੀਗਾ B1617.2। ਹੁਣ ਇਹਦਾ ਜਿਹੜਾ ਨਵਾਂ ਵਾਰੀਅੰਟ ਹੈ ਜੀ ਡੈਲਟਾ ਵਾਰੀਅੰਟ ਇੱਕ ਹੋਰ ਰੂਪ ਦੇ ਵਿੱਚ ਆ ਗਿਆ ਜੀ, ਇਹਦਾ ਆ B.1.617.21। ਕਹਿਣ ਦਾ ਭਾਵ ਇਹ ਹੈ ਜੀ ਕਿ ਵੈਕਸੀਨਾਂ ਦੇ ਖਿਲਾਫ ਇਹ ਆਪਣੇ ਆਪ ਨੂੰ ਇਹ ਇਸ ਤਰ੍ਹਾਂ ਮੋੜ ਚੁੱਕਾ ਹੈ ਜੀ ਕਿ ਹੁਣ ਇਹਦਾ ਵੈਕਸੀਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਅਸਰ ਨਹੀਂ ਹੁੰਦਾ। ਇਸ ਟਾਈਮ ਜੋ ਡੈਲਟਾ ਵਾਰੀਅੰਟ ਆ ਪੂਰੇ ਇੰਡੀਆ ਦੇ ਵਿੱਚ ਤਾਂ ਨਹੀਂ, ਪਰ ਜਿੱਥੇ ਜਿੱਥੇ ਵੀ ਫੈਲਿਆ ਉੱਥੇ ਪ੍ਰੋਬਲਮ ਵਾਲੀ ਗੱਲ ਬਣ ਚੁੱਕੀ ਹੈ ਜੀ। ਹੁਣ ਅਸੀਂ ਆਲ ਤੋਂ ਆਦਿ ਜੀ ਨੂੰ ਗੱਲ ਕਰਦੇ ਹਾਂ। ਆਲ ਤੋਂ ਆਦਿ ਜੀ ਦੇ ਵਿੱਚ ਦਿਨ ਸੋਮਵਾਰ ਤੋਂ ਜਿੰਨੇ ਵੀ ਬੰਦਿਆਂ ਨੇ ਮਾਸਕ ਲਾਣੇ ਆ ਉਹ ਹੁਣ ਆਪਣੇ ਜਿਹੜੇ ਮਾਸਕਾਂ ਨੂੰ ਲਾ ਸਕਦੇ ਆ। ਸੋਮਵਾਰ ਨੂੰ ਓਪਨ ਸਪੇਸ ਦੇ ਵਿੱਚ ਜਿਹੜੇ ਮਾਸਕ ਲਾਉਣ ਦੀ ਇਟਲੀ ਦੇ ਵਿੱਚ ਲੋੜ ਨਹੀਂ ਹੈ ਜੀ। ਆਪਣੇ ਲੋਂਬਰਦੀ ਦੇ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਦਾ ਨਾਮ ਅਤੀਲੀਓ ਫੋਂਤਾਨਾ ਜੀ ਆ, ਉਹਨਾਂ ਨੇ ਵੀ ਡਰਾਗੀ ਦੇ ਵਾਂਗ, ਜਿੱਦਾਂ ਕਿ ਉਹਨਾਂ ਦੀ ਉਮਰ ਜਿਹੜੀ 60 ਸਾਲ ਤੋਂ ਉੱਤੇ ਆ, ਉਹਨਾਂ ਨੇ ਜਿਹੜਾ ਆਪਣਾ ਡੋਜ਼ ਪਹਿਲਾਂ ਆਸਟਰਾਜ਼ੇਨੇਕਾ ਦਾ ਲਵਾ ਲਿਆ ਜੀ। ਇਟਲੀ ਤਕਰੀਬਨ ਵਾਈਟ ਜ਼ੋਨ ਹੋਣ ਦੇ ਨਾਲ ਆਪਣਾ ਜਿਹੜਾ ਇਟਲੀ ਪੂਰੇ ਦਾ ਪੂਰਾ ਇਟਲੀ ਆ ਸੋਮਵਾਰ ਤੋਂ ਤਕਰੀਬਨ 90% ਤੱਕ ਵਾਈਟ ਜ਼ੋਨ ਹੋ ਜਾਣਾ। ਪਰ ਇਹਦੇ ਨਾਲ ਹੁਣ ਜੇ ਅਸੀਂ ਗੱਲ ਕਰੀਏ ਬੱਸਾਂ ਦੀ, ਪਹਿਲਾਂ ਬੱਸਾਂ ਦੇ ਵਿੱਚ ਸਿਰਫ 50% ਬੰਦੇ ਹੀ ਜਾ ਸਕਦੇ ਸਨ, ਸਫ਼ਰ ਕਰ ਸਕਦੇ ਸਨ। ਹੁਣ ਜਿਹੜਾ ਲੋਂਬਰਦੀ ਦੇ ਵਿੱਚ ਦੱਸਿਆ ਗਿਆ ਕਿ ਬੱਸਾਂ ਦੇ ਵਿੱਚ ਬੰਦਿਆਂ ਨੂੰ ਬਿਠਾਲਣ ਦਾ ਜਿਹੜਾ ਕੰਪੀਐਂਸ ਹੈ ਬੱਸਾਂ ਦੇ ਵਿੱਚ 80% ਤੱਕ ਜਿਹੜੀਆਂ ਹੁਣ ਸੀਟਾਂ ਯੂਜ਼ ਕੀਤੀਆਂ ਜਾ ਸਕਦੀਆਂ ਨੇ। ਉਹ ਤਾਂ ਕਰਕੇ ਕਿਉਂਕਿ ਹੁਣ ਕਾਫੀ ਹੱਦ ਤੱਕ ਲੋਕਾਂ ਦੇ ਵੈਕਸੀਨੇਸ਼ਨ ਦਾ ਪ੍ਰੋਸੈਸ ਅੱਗੇ ਵੱਧ ਚੁੱਕਾ ਹੈ ਜੀ। ਲੋਕਾਂ ਨੇ ਕਾਫੀਆਂ ਨੇ ਦੂਸਰਾ ਡੋਜ਼ ਵੀ ਲਾ ਲਿਆ ਜੀ, ਅਤੇ ਇਸ ਤੋਂ ਬਾਅਦ ਦੇਖਿਆ ਜਾ ਰਿਹਾ ਚਿੱਟੇ ਜ਼ੋਨ ਦੇ ਹੋਣ ਕਾਰਨ ਦਿਨੋਂ ਦਿਨ ਜਿਹੜੇ ਕੇਸਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ। ਗੱਲ ਕਰਦੇ ਹਾਂ ਜੀ ਇੱਕ ਵਾਰ ਫਿਰ ਵੈਕਸੀਨਾਂ ਦੀ। ਇਸ ਵਾਰ ਜਿਹੜੀ ਅਸੀਂ ਵੈਕਸੀਨ ਇਹਦਾ ਨਾਮ ਗੱਲ ਕਰ ਰਹੇ ਹਾਂ ਵੈਕਸੀਨ ਜੌਨਸਨ ਐਂਡ ਜੌਨਸਨ। ਇਹ ਜੋ ਵੈਕਸੀਨ ਜੌਨਸਨ ਐਂਡ ਜੌਨਸਨ ਆ, ਸਰਕਾਰ ਕਹਿ ਰਹੀ ਹੈ ਜੀ ਕਿ
ਮਿਨਿਸਟਰ ਉਹਦੇ ਲਈ ਸਲੂਟ। ਹੈਲਥ ਡਿਪਾਰਟਮੈਂਟ ਇਟਲੀ ਦਾ ਕਹਿ ਰਿਹਾ ਜੀ ਵੈਕਸੀਨ ਜੌਨਸਨ ਐਂਡ ਜੌਨਸਨ ਨੂੰ 60 ਸਾਲ ਜਿਨ੍ਹਾਂ ਤੋਂ ਉਮਰ ਘੱਟ ਆ ਉਹਨਾਂ ਦੇ ਨਾਂ ਲਾਈ ਜਾਵੇ। ਪਰ ਹੁਣ ਇੱਕ ਨਵਾਂ ਬਿਆਨ ਆਇਆ ਜੀ ਕਿ ਕਿਉਂਕਿ ਇਹਦੀ ਇੱਕ ਹੀ ਡੋਜ਼ ਲੱਗਦੀ ਹੈ ਤਾਂ ਦੂਸਰੀ ਡੋਜ਼ ਲਵਾਉਣ ਦੀ ਲੋੜ ਨਹੀਂ। ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਵਾ ਅਤੇ ਉਹ ਮਿਗਰੈਂਟ ਆ, ਕਹਿਣ ਦਾ ਮਤਲਬ ਕਿ ਸ਼ਰਨਾਰਥੀ ਨੇ, ਸਮੁੰਦਰੀ ਰਸਤੇ ਰਾਹੀਂ ਆਉਂਦੇ ਨੇ, ਉਹਨਾਂ ਦੇ ਅਤੇ ਜਿਹੜੇ ਕਲੋਸਰ ਜਿਨ੍ਹਾਂ ਦੇ ਕੋਲ ਬੇਸਹਾਰਾ ਹੁੰਦੇ ਨੇ, ਘਰ ਰਹਿਣ ਦਾ ਟਿਕਾਣਾ ਨਹੀਂ ਹੈਗਾ, ਉਹਨਾਂ ਦੇ ਜਿਹੜੀ ਵੈਕਸੀਨ ਆ ਜੌਨਸਨ ਐਂਡ ਜੌਨਸਨ ਦਾ ਪਹਿਲਾ ਡੋਜ਼ ਇਟਲੀ ਦੇ ਵਿੱਚ ਲੱਗਣਾ ਸ਼ੁਰੂ ਹੋ ਜਾਣਾ ਜੀ। ਇੱਕ ਹੋਰ ਅਪਡੇਟ ਆ ਰਿਹਾ ਜੀ, ਇਟਲੀ ਦੇ ਵਿੱਚ ਜਿਹੜੇ ਛੂਤ ਦੇ ਬਿਮਾਰੀਆਂ ਦੇ ਐਕਸਪਰਟ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦਾ ਇੱਕ ਨਵਾਂ ਬਿਆਨ ਆਇਆ ਜੀ। ਉਹ ਕਹਿ ਰਹੇ ਨੇ ਕਿ ਜਿਹੜਾ ਡੈਲਟਾ ਵਾਰੀਐਂਟ ਵਾ ਇਸ ਤੋਂ ਸਾਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ, ਕਿਉਂਕਿ ਇੱਕ ਇਹੀ ਉਹ ਵਾਰੀਐਂਟ ਆ ਜਿਹੜਾ ਕਿ ਆਉਣ ਵਾਲੇ ਸਿਆਲ ਨੂੰ ਸਾਨੂੰ ਫਿਰ ਵਿਗਾੜ ਸਕਦਾ। ਅਰਨਾਲਡੋ ਕਾਰੂਜ਼ੋ ਜੀ ਦਾ ਇਹ ਬਿਆਨ ਆ ਰਿਹਾ ਜੀ, ਜਿਨ੍ਹਾਂ ਨੇ ਇੱਕ ਆਪਣਾ ਬਿਆਨ ਦਿੱਤਾ। ਕਹਿੰਦੇ ਜੇਕਰ ਇਸ ਵਾਰੀਐਂਟ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਸਿਆਲ ਦੇ ਵਿੱਚ ਇੱਕ ਵਾਰ ਫਿਰ ਸਾਨੂੰ ਹੋ ਸਕਦਾ ਹੈ ਕਿ ਸਾਡੇ ਜਿਹੜੇ ਸਿਆਲ ਆ ਖਰਾਬ ਹੁੰਦੇ ਦਿਸ ਜਾਣ ਜੀ। ਉੱਧਰ ਜੀ ਅਸੀਂ ਹੁਣ ਵੈਕਸੀਨਾਂ ਦੀ ਹੀ ਗੱਲ ਕਰਦੇ ਹਾਂ ਤਾਂ ਸਪੁਤਨਿਕ 5 ਦੀ ਗੱਲ ਕਿਉਂ ਨਾ ਕੀਤੀ ਜਾਵੇ, ਜੋ ਕਿ ਰਸ਼ੀਅਨ ਵੈਕਸੀਨ ਜੋ ਲੋਕਡਾਊਨ ਦੇ ਦਿਨਾਂ ਦੇ ਵਿੱਚ ਦੌਰਾਨ ਹੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼ਾਇਦ ਇਟਲੀ ਦੇ ਵਿੱਚ ਵੀ ਆਊਗੀ। ਅਰਜਨਟੀਨਾ ਨੇ ਆਪਣੇ ਜਿਹੜੀ ਪਹਿਲੀਆਂ ਡੋਜ਼ਾਂ ਸਪੁਤਨਿਕ 5 ਦੀਆਂ ਰਸ਼ੀਅਨ ਵੈਕਸੀਨ ਦੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ, ਅਤੇ ਇੰਡੀਆ ਵਿੱਚ ਵੀ ਕੀਤੀ ਜਾ ਰਹੀ ਸੀ ਗੱਲ ਕਿ ਜਿਹੜਾ ਇਸ ਇਟਲੀ ਦੇ ਵਿੱਚ ਵੀ ਵੈਕਸੀਨ ਨੂੰ ਤਿਆਰ ਕੀਤਾ ਜਾਊਗਾ ਜੀ। ਉਸ ਤੋਂ ਬਾਅਦ ਇਟਲੀ ਦੀਆਂ ਖਬਰਾਂ ਦੇ ਵਿੱਚ ਵੀ ਆਪਣੇ ਜਿਹੜੇ ਫਲਾਇੰਗ ਸਿੱਖ ਆ ਉਹਨਾਂ ਦੀ ਜਿਹੜੀ ਮਿਲਖਾ ਸਿੰਘ, ਜਿਨ੍ਹਾਂ ਦਾ ਨਾਮ 91 ਸਾਲ ਦੀ ਉਮਰ ਦੇ ਵਿੱਚ ਜਿਹੜੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਆਪਣਾ ਨਾਮ ਫਲਾਇੰਗ ਸਿੱਖ ਨਾਂ 'ਤੇ ਜਿਹੜਾ ਆਪਣਾ ਨਾਮ ਅਮਰ ਕਰ ਗਏ ਨੇ। ਅਤੇ ਹੁਣ ਉਹਨਾਂ ਦੀ 1960 ਦੇ ਵਿੱਚ ਰੋਮਾ ਦੀਆਂ ਜਿਹੜੀਆਂ ਓਲੰਪਿਕ ਗੇਮਾਂ ਹੋਈਆਂ ਸੀ 400 ਮੀਟਰ ਦੇ ਵਿੱਚ ਉਹਨਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਸੀ। 1947 ਦੇ ਵਿੱਚ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਜਦੋਂ ਬਟਵਾਰਾ ਹੋਇਆ ਸੀ ਉਸ ਵੇਲੇ ਪਾਕਿਸਤਾਨ ਤੋਂ ਉੱਠ ਕੇ ਇੰਡੀਆ 'ਚ ਆਏ ਅਤੇ ਪਾਕਿਸਤਾਨ ਦੇ ਹੀ ਉਹ ਜਰਨਲ ਸੀ ਜਿਨ੍ਹਾਂ ਨੇ ਫਲਾਇੰਗ ਸਿੱਖ ਦਾ ਖਿਤਾਬ ਦਿੱਤਾ ਸੀਗਾ ਇਹਨਾਂ ਨੂੰ, ਅਤੇ ਇਹ ਵੀ ਹੁਣ ਪੂਰੇ ਹੋ ਗਏ ਜੀ। ਉਹਦੇ ਬਿਮਾਰੀਆਂ ਦਾ ਇੱਕ ਹੋਰ ਐਕਸਪਰਟ ਆ, ਇੱਕ ਜਿਹੜੇ ਐਕਸਪਰਟ ਨੇ ਉਹਨਾਂ ਦੇ ਹੋਰ ਬਿਆਨ ਆ ਰਹੇ ਨੇ ਕਿ ਚਾਹੇ ਅਸੀਂ ਵਾਈਟ ਜ਼ੋਨ ਦੇ ਵਿੱਚ ਚਲੇ ਗਏ ਹਾਂ, ਚਾਹੇ ਜਿਹੜਾ ਜ਼ੋਨ ਵੀ ਚਲੇ ਗਏ, ਜੋ ਵਾਇਰਸ ਆ ਇਸ ਤੋਂ ਸਾਨੂੰ ਧਿਆਨ ਦੇਣ ਦੀ ਲੋੜ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ ਵਾਇਰਸ ਆ ਬਿਲਕੁਲ ਹੀ ਖਤਮ ਹੋ ਗਿਆ, ਫਿਰ ਵੀ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਸਾਨੂੰ ਰਹਿਣ ਦੀ ਲੋੜ ਹੈ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅਗਲਾ ਅਪਡੇਟ ਸਾਡਾ ਆ ਰਿਹਾ ਆਸਤੀ ਤੋਂ। ਆਸਤੀ ਦੇ ਵਿੱਚ ਇੱਕ ਔਰਤ ਗੱਡੀ 'ਚ ਉਤਰੀ ਅਤੇ ਫੋਟੋ ਖਿੱਚਣ ਲੱਗੀ ਸੀ, ਕਿੰਨੀ ਵਧੀਆ ਸਿਨਰੀ ਜੋ ਬਣ ਰਹੀ ਸੀ, ਉਹਨੇ ਆਪਣੇ ਆਪ 'ਚ ਤੋਂ ਫੋਟੋ ਖਿੱਚਣ ਲੱਗੀ ਅਤੇ ਉੱਧਰ ਇੱਕ ਸਿਆਣਾ ਬੰਦਾ ਗੱਡੀ ਲੈ ਕੇ ਆ ਰਿਹਾ, ਉਹਦੇ ਜਿਹੜੀ ਫੋਟੋ ਖਿੱਚ ਰਹੀ ਔਰਤ ਉਹਨੂੰ ਨਹੀਂ ਦੇਖਿਆ ਅਤੇ ਉਸ ਨੂੰ ਗੱਡੀ ਥੱਲੇ ਦੇ ਦਿੱਤਾ ਅਤੇ ਉਹਦੀ ਮੌਤ ਹੋ ਗਈ ਹੈ ਜੀ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। 101 ਸਾਲ ਦੇ ਬਜ਼ੁਰਗ ਆਦਮੀ ਨੇ ਆਪਣੀ 96 ਸਾਲ ਦੀ ਘਰਵਾਲੀ ਉੱਤੇ ਕੀਤਾ ਚਾਕੂ ਦੇ ਨਾਲ, ਆਪਣਾ ਜਿਹੜਾ ਕਰਦ ਦੇ ਨਾਲ ਵਾਰ ਕੀਤਾ ਅਤੇ ਉਸ ਤੋਂ ਬਾਅਦ ਆਪਣੀ ਵੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਜੀ, ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਬਲੋਨੀਆ ਦੇ ਵਿੱਚ ਜਿਹੜਾ ਮਜੋਰੇ ਹੌਸਪੀਟਲ ਆ ਉਹਦੇ ਵਿੱਚ ਇਹਨਾਂ ਨੂੰ ਹੁਣ ਐਡਮਿਟ ਕੀਤਾ ਗਿਆ ਜੀ। ਅਗਲਾ ਜੋ ਅਪਡੇਟ ਆ ਜੀ ਹੋਇਆ ਕਿ ਚੋਰਾਂ ਤੋਂ ਸਾਵਧਾਨ ਰਹੋ ਜੀ। ਚੋਰਾਂ ਨੇ ਚੋਰੀ ਕਰਨ ਦੇ ਤਰੀਕੇ ਬਹੁਤ ਹੀ ਜ਼ਿਆਦਾ ਅਪਣਾ ਲਏ ਨੇ ਜੀ। ਸਭ ਤੋਂ ਵੱਡਾ ਇੱਕ ਤਰੀਕਾ ਹੋਰ ਆ ਜੀ, ਜੋ ਕਿ ਤੁਹਾਨੂੰ ਜਿਹੜੀ ਪੁਲਿਸ ਇਟਲੀ ਦੀ ਦੱਸ ਰਹੀ ਹੈ ਕਿ ਚੋਰ ਕੀ ਕਰਦੇ ਨੇ, ਜਿੱਥੇ ਸੈਰਾ ਤੂਰਾ ਹੁੰਦਾ, ਜਿੱਥੇ ਲੋਕ ਲੱਗਦਾ ਉੱਥੇ ਕੋਲਾ ਲਾ ਦਿੰਦੇ ਨੇ। ਕੋਲਾ ਜਾਂ ਚਿੰਗਮ ਕੋਈ ਚੀਜ਼ ਇੱਦਾਂ ਦੀ ਲਾ ਦਿੰਦੇ ਆ ਜਿਹਦੇ ਨਾਲ ਜਿਹੜਾ ਲੋਕ ਨਹੀਂ ਲੱਗਦਾ ਅਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲੋਕ ਖੋਲ੍ਹਦੇ ਨੇ, ਘਰਾਂ ਦੇ ਵਿੱਚ ਚੋਰੀਆਂ ਕਰਦੇ ਨੇ, ਵਾਰਦਾਤਾਂ ਕਰਕੇ ਫਰਾਰ ਹੋ ਜਾਂਦੇ ਨੇ। ਅਸਲ ਦੇ ਵਿੱਚ ਹੁੰਦਾ ਕਿੱਦਾਂ ਜੀ? ਸਭ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਆਉਣਗੇ, ਬੈਲ ਮਾਰਨਗੇ, ਤੁਹਾਨੂੰ ਦੱਸਣਗੇ, ਪੁੱਛਣਗੇ ਕਿ ਤੁਹਾਨੂੰ ਕੋਈ ਚੀਜ਼ ਦੀ ਲੋੜ ਆ, ਅਸੀਂ ਆਹ ਫਲਾਨੀ ਚੀਜ਼ ਸਾਡੀ ਵੈਬਸਾਈਟ ਆ, ਅਸੀਂ ਪੈਸੇ ਇਕੱਠੇ ਕਰ ਰਹੇ ਹਾਂ, ਅਸੀਂ ਆਹ ਕਰ ਰਹੇ ਹਾਂ, ਅਸੀਂ ਉਹ ਕਰ ਰਹੇ ਹਾਂ। ਤੁਸੀਂ ਉਸ ਤੋਂ ਬਾਅਦ ਇਹਨੂੰ ਕਹਿਣਾ ਵੀ ਅਸੀਂ ਘਰਾਂ ਦੇ ਵਿੱਚ ਜਿਹੜੇ ਚੂਹੇ ਆ ਉਹਨਾਂ ਨੂੰ ਦੇਖ ਰਹੇ ਹਾਂ, ਜਾਂ ਫਿਰ ਹੋਰ ਜਿਹੜੀ ਚੀਜ਼ ਆ ਜਿਹਦੇ ਨਾਲ ਬੰਦਿਆਂ ਨੂੰ ਕੋਈ ਪ੍ਰੋਬਲਮ ਹੁੰਦੀ, ਇਹਨਾਂ ਨੇ ਉਹ ਗੱਲ ਤੁਹਾਨੂੰ ਕਹਿਣੀ ਹੈ ਜੀ। ਉਸ ਤੋਂ ਬਾਅਦ ਜਿਸ ਟਾਈਮ ਤੁਹਾਡਾ ਮਾੜਾ ਜਿਹਾ ਧਿਆਨ ਭਟਕਣਾ, ਇਹਨਾਂ ਨੇ ਜਿੱਥੇ ਤੁਹਾਡਾ ਲੋਕ ਲੱਗਦਾ ਦਰਵਾਜ਼ਾ ਉਹਦੇ ਵਿੱਚ ਚਿੰਗਮ ਜਾਂ ਫਿਰ ਹੋਰ ਕੋਈ ਇੱਦਾਂ ਦਾ ਗੂੰਦ ਪਾ ਦੇਣਾ, ਜਿਸ ਨਾਲ ਜਦੋਂ ਤੁਸੀਂ ਲੋਕ ਲਾਉਣਾ ਤਾਂ ਉਹਨੂੰ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਖੋਲ੍ਹ ਸਕਦੇ ਆ। ਅਤੇ ਇਹ ਅਸੀਂ ਨਹੀਂ ਕਹਿ ਰਹੇ, ਪੁਲਿਸ ਕਹਿ ਰਹੀ ਹੈ ਜੀ। ਪੁਲਿਸ ਨੇ ਦੱਸਿਆ ਕਿ ਇਹਨਾਂ ਚੀਜ਼ਾਂ ਤੋਂ ਖਿਆਲ ਰੱਖਿਓ। ਇੱਕ ਬਕਾਇਦਾ ਪੋਸਟ ਬਣਾਵਾਂਗੇ ਜੀ ਅਸੀਂ ਤੁਹਾਨੂੰ, ਜਿਹਦੇ ਵਿੱਚ ਪੁਲਿਸ ਨੇ ਜਿਹੜੀਆਂ ਹਦਾਇਤਾਂ ਦਿੱਤੀਆਂ ਨੇ ਉਹਨਾਂ ਵੱਲ ਦੇਖਾਂਗੇ। ਵੱਧਦੇ ਹਾਂ ਜੀ ਅੱਜ ਦੀ ਮੇਨ ਖਬਰ ਵੱਲ, ਮੇਨ ਅਪਡੇਟ ਵੱਲ। ਇੰਡੀਆ ਤੋਂ ਆਉਣ ਵਾਲੀਆਂ ਫਲਾਈਟਾਂ ਦੇ ਉੱਤੇ ਜਿਹੜੀ ਪਾਬੰਦੀ ਇਹਨੂੰ ਹੋਰ ਅੱਗੇ ਵਧਾ ਦਿੱਤਾ ਗਿਆ ਜੀ। 2 ਮਾਰਚ 2021 ਦੇ ਵਿੱਚ ਬਣਿਆ ਜਿਹੜਾ ਆਰਡੀਨੈਂਸ ਸੀ, ਫਿਰ ਉਸ ਨੂੰ 29 ਅਪ੍ਰੈਲ ਨੂੰ ਅੱਗੇ ਵਧਾਇਆ ਗਿਆ, ਫਿਰ 6 ਮਈ ਨੂੰ ਵਧਾਇਆ ਗਿਆ, ਫਿਰ 30 ਮਈ ਨੂੰ ਵਧਾਇਆ ਗਿਆ ਅਤੇ ਹੁਣ 18 ਜੂਨ ਨੂੰ ਇਹਨੂੰ ਅੱਗੇ ਕਰ ਦਿੱਤਾ ਗਿਆ ਜੀ।
ਫਿਲਹਾਲ ਇਸ ਟਾਈਮ ਇਟਲੀ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇੰਡੀਆ ਤੋਂ ਆਉਣ ਵਾਲੀਆਂ ਫਲਾਈਟਾਂ ਜਾਂ ਇਟਲੀ ਤੋਂ ਜਾਣ ਵਾਲੀਆਂ ਜਿਹੜੀਆਂ ਫਲਾਈਟਾਂ ਟਰੈਵਲ ਬੈਨ 21 ਜੂਨ ਤੱਕ ਸੀ, ਪਰ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਜੀ। ਸਭ ਤੋਂ ਪਹਿਲਾਂ ਜਿਹੜੇ ਸਵਾਲ ਨੇ ਉਹ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਲੱਗੀ ਹੋਈ ਵੈਕਸੀਨ ਇਟਲੀ ਦੇ ਵਿੱਚ ਵੀ ਆ ਕੇ ਉਹਨੂੰ ਮਾਨਤਾ ਪ੍ਰਾਪਤ ਹੋਊਗੀ, ਜਾਂ ਪਾਕਿਸਤਾਨ ਦੇ ਵਿੱਚ ਲੱਗੀ ਹੋਈ ਵੈਕਸੀਨ ਨੂੰ ਇਟਲੀ ਦੇ ਵਿੱਚ ਮਾਨਤਾ ਪ੍ਰਾਪਤ ਹੋਏਗੀ? ਹਾਂਜੀ, ਜੇਕਰ ਇਹ ਜੋ ਵੈਕਸੀਨ ਆ ਉਹੀ ਵੈਕਸੀਨ ਹੋਵੇ ਜੋ ਕਿ ਇਟਲੀ ਦੇ ਯੂਰਪ ਕਮਿਸ਼ਨ ਵੱਲੋਂ ਜਿਹੜੀਆਂ ਅਪਰੂਵ ਕੀਤੀਆਂ ਨੇ EMA ਵੱਲੋਂ, ਮੋਡਰਨਾ, ਫਾਈਜ਼ਰ, ਆਸਟਰਾਜ਼ੇਨੇਕਾ ਜਾਂ ਫਿਰ ਜੌਨਸਨ ਐਂਡ ਜੌਨਸਨ ਜੀ ਜੈਨਸਨ। ਜੇਕਰ ਇਹ 4 ਵੈਕਸੀਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਵੈਕਸੀਨ ਲਵਾਉਂਦੇ ਆ ਤਾਂ ਫਿਰ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਜਿਹੜੀਆਂ ਲੱਗੀਆਂ ਨੇ ਤੁਹਾਡੀਆਂ ਵੈਕਸੀਨਾਂ ਉਹ ਇਟਲੀ ਦੇ ਵਿੱਚ ਵੀ ਵੈਲਿਡ ਹੋਣਗੀਆਂ ਜੀ। ਅਤੇ ਜੇ ਵੈਕਸੀਨ ਨਾ ਲਵਾਈ ਹੋਵੇ, ਦੇਖੋ ਜੀ 3 ਕੇਸ ਨੇ। ਇਸ ਨਵੇਂ ਕਾਨੂੰਨ ਦੇ ਵਿੱਚ ਦੱਸਿਆ ਗਿਆ ਜੀ ਕਿ ਤੁਹਾਡੇ ਕੋਲ ਗ੍ਰੀਨ ਪਾਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਗ੍ਰੀਨ ਪਾਸ ਮਿਲਦਾ ਤੁਹਾਨੂੰ ਵੈਕਸੀਨ ਲੱਗੀ ਆ, ਗ੍ਰੀਨ ਪਾਸ ਮਿਲਦਾ ਤੁਸੀਂ ਪਹਿਲਾਂ ਪਹਿਲਾਂ ਪੋਜ਼ੀਟਿਵ ਸੀ, ਪੋਜ਼ੀਟਿਵ ਤੋਂ ਫਿਰ ਤੁਸੀਂ ਨੈਗੇਟਿਵ ਹੋਇਆ, ਜਾਂ ਫਿਰ ਜਿਹੜਾ ਗ੍ਰੀਨ ਪਾਸ ਆ ਤੁਹਾਨੂੰ ਮਿਲਦਾ ਤੁਸੀਂ ਇਟਲੀ ਫਲਾਈਟ ਲੈਣ ਤੋਂ 48 ਘੰਟੇ ਪਹਿਲਾਂ ਇੱਕ ਨੈਗੇਟਿਵ ਦਾ ਟੈਸਟ ਕਰਾਇਆ। ਨੈਗੇਟਿਵ ਦੇ ਟੈਸਟ ਤੋਂ ਬਾਅਦ ਫਿਰ ਇਟਲੀ ਦੇ ਵਿੱਚ ਆ ਕੇ ਫਿਰ ਟੈਸਟ ਹੋਣਾ, 10 ਦਿਨ ਦਾ ਕੁਆਰੰਟਾਈਨ ਕਰਨਾ ਪਊਗਾ। ਜਿਨ੍ਹਾਂ ਦੇ ਕੋਲ ਆਪਣਾ ਰਹਿਣ ਦੇ ਲਈ ਜਗ੍ਹਾ ਨਹੀਂ ਹੈਗੀ, ਥਾਂ ਟਿਕਾਣਾ ਨਹੀਂ ਹੈਗਾ, ਉਹਨਾਂ ਨੂੰ ਫਿਰ ਕੁਆਰੰਟਾਈਨ ਹੋਣ ਦੇ ਲਈ ਜਗ੍ਹਾ ਦਿੱਤੀ ਜਾਣੀ ਹੈ ਜੀ। ਇਸ ਤੋਂ ਬਾਅਦ ਦੇਖਦੇ ਹਾਂ ਜੀ ਕਿੰਨੇ ਟਾਈਮ ਦੇ ਲਈ ਇਹ ਬੰਦ ਕੀਤੀਆਂ ਗਈਆਂ ਨੇ। ਇੰਡੀਆ, ਸ਼੍ਰੀਲੰਕਾ ਤੋਂ ਜਿਹੜੀਆਂ ਇਹ ਫਲਾਈਟਾਂ ਬੰਦ ਕੀਤੀਆਂ ਗਈਆਂ ਨੇ, ਸਸਪੈਂਡ ਕੀਤੀਆਂ ਗਈਆਂ ਨੇ, ਇਹ ਹੈ ਜੀ 21 ਜੂਨ ਤੋਂ ਲੈ ਕੇ 30 ਜੁਲਾਈ ਤੱਕ। ਇਹ ਜਿਹੜਾ ਨਵਾਂ ਕਾਨੂੰਨ ਜਿੱਤੇ ਸਾਈਨ ਕੀਤੇ ਗਏ ਨੇ, 18 ਜੂਨ ਨੂੰ ਸਾਈਨ ਕੀਤੇ ਆਪਣੇ ਰੋਬਰਟੋ ਸਪੈਰਾਂਸਾ ਜੋ ਕਿ ਇਟਲੀ ਦੇ ਸਿਹਤ ਮੰਤਰੀ ਨੇ। 30 ਜੁਲਾਈ 2021 ਤੱਕ ਇੰਡੀਆ ਤੋਂ ਇਟਲੀ ਦੀਆਂ ਜਿਹੜੀਆਂ ਫਲਾਈਟਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ। ਦਿਨ ਸੋਮਵਾਰ ਤੋਂ ਇਹ ਜਿਹੜੇ ਫਰਮਾਨ ਲਾਗੂ ਹੋ ਜਾਣਗੇ। ਹਾਂਜੀ, ਹੋ ਸਕਦਾ ਕਿ ਇਹਦੇ ਵਿੱਚ ਸਪੈਸ਼ਲ ਫਲਾਈਟਾਂ ਚੱਲਣ, ਉਹਨਾਂ ਦੇ ਵਿੱਚ ਜੇਕਰ ਤੁਸੀਂ ਆਉਂਦੇ ਹੋ ਤੁਹਾਡੇ ਕੋਲ ਕੋਵਿਡ ਜਿਹੜਾ ਗ੍ਰੀਨ ਪਾਸ ਹੋਣਾ ਚਾਹੀਦਾ, ਪੋਜ਼ੀਟਿਵ ਤੋਂ ਨੈਗੇਟਿਵ, 2 ਵੈਕਸੀਨ ਦੀਆਂ ਡੋਜ਼ਾਂ, ਆਸਟਰਾਜ਼ੇਨੇਕਾ, ਫਾਈਜ਼ਰ, ਮੋਡਰਨਾ ਜਾਂ ਫਿਰ ਜੌਨਸਨ ਐਂਡ ਜੌਨਸਨ ਦੀ ਜੈਸਨ, ਜਾਂ ਫਿਰ ਤੁਹਾਡਾ ਜਿਹੜਾ 48 ਘੰਟੇ ਪਹਿਲਾਂ ਟੈਸਟ ਹੋਣਾ ਚਾਹੀਦਾ। ਫਿਲਹਾਲ ਦੇ ਲਈ 30 ਜੁਲਾਈ ਤੱਕ ਇਹਨਾਂ ਨੇ ਸਭ ਕੁਛ ਬੰਦ ਕਰ ਦਿੱਤਾ ਜੀ। 30 ਜੁਲਾਈ ਤੁਹਾਨੂੰ ਇੱਕ ਹੋਰ ਯਾਦ ਕਰਾਈਏ ਕਿ 31 ਜੁਲਾਈ ਤੱਕ ਹੀ ਐਮਰਜੈਂਸੀ ਦਾ ਟਾਈਮ ਹੈ। ਜੇਕਰ ਐਮਰਜੈਂਸੀ ਦਾ ਟਾਈਮ 31 ਜੁਲਾਈ ਤੋਂ ਨਾ ਅੱਗੇ ਵਧਿਆ, ਜਿਨ੍ਹਾਂ ਦੀਆਂ ਸੋਜੋਰਨਾਂ ਇੰਡੀਆ ਦੇ ਵਿੱਚ ਐਕਸਪਾਇਰ ਹੋਈਆਂ ਨੇ, ਉਹਨਾਂ ਨੂੰ ਬਹੁਤ ਹੀ ਵੱਡੀ ਪ੍ਰੋਬਲਮ ਆ, ਫਿਰ ਉਹਨਾਂ ਨੂੰ ਰੀਐਂਟਰੀ ਵੀਜ਼ੇ ਲੈਣੇ ਪੈਣੇ ਆ। ਜਿਹੜੇ ਬੰਦੇ ਆਪਣੇ ਇੰਡੀਆ ਦੇ ਵਿੱਚ ਗਏ ਆ ਰਿਚੇ ਬੂਤਿਆਂ ਦੇ ਉੱਤੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਪ੍ਰੋਬਲਮ ਨਾ ਪੈਣ ਦੇ ਲਈ ਤੁਹਾਨੂੰ ਲੋੜ ਹੈ ਕਿ ਤੁਸੀਂ ਇਟਲੀ ਨੂੰ ਜਿਹੜੀਆਂ ਡਾਇਰੈਕਟ ਫਲਾਈਟਾਂ ਨੇ, ਜ਼ਿਆਦਾਤਰ ਦਿੱਲੀ ਤੋਂ ਚੱਲਦੀਆਂ ਨੇ, ਉਹਨਾਂ ਦੇ ਵਿੱਚ ਹੀ ਸਫ਼ਰ ਕਰੋ ਜੀ। ਇਹਦੇ ਨਾਲ ਅੱਜ ਦੀਆਂ ਜੋ ਸਾਡੀਆਂ ਖਬਰਾਂ ਨੇ ਇੱਥੇ ਸਮਾਪਤ ਹੁੰਦੀਆਂ ਨੇ। ਮਿਲਾਂਗੇ ਜੀ ਅਸੀਂ ਆਪਣੇ ਨੈਕਸਟ ਅਪਡੇਟ ਦੇ ਵਿੱਚ। ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਜੀ। ਤੁਸੀਂ ਸੁਣ ਰਹੇ ਇਟਾਲੀਅਨ ਖਬਰਾਂ ਕੁਲਵੀਰ ਸਿੰਘ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਇੱਕ ਆਈਫੋਨ ਵਾਲੀ ਖਬਰ ਰਹਿ ਗਈ ਜੀ। ਆਈਫੋਨ ਦੀ ਖਬਰ ਜੋ ਵਿੱਚ ਹੀ ਅਸੀਂ ਛੱਡ ਚੱਲੇ ਸੀ, ਕਿਸੇ ਨੇ ਆਪਣਾ ਜਿਹੜਾ ਆਈਫੋਨ ਆ ਉਹ ਠੀਕ ਕਰਵਾਉਣ ਦੇ ਲਈ ਭੇਜਿਆ। ਇਸ ਲਈ ਤੁਸੀਂ ਇਸ ਗੱਲ ਵੱਲ ਬਹੁਤ ਹੀ ਜ਼ਿਆਦਾ ਖਿਆਲ ਰੱਖਿਓ ਜੀ। ਆਈਫੋਨ ਕਿਸੇ ਨੇ ਠੀਕ ਕਰਵਾਉਣ ਭੇਜਿਆ ਜੀ, ਜਿਸ ਵਿੱਚ 21 ਸਾਲ ਦੀ ਕੁੜੀ ਸੀ ਜਿਹਦਾ ਆਈਫੋਨ ਸੀਗਾ। ਉਹਦੇ ਵਿੱਚ ਉਹਦੀਆਂ ਕੁਛ ਅਸ਼ਲੀਲ ਤਸਵੀਰਾਂ ਸਨ, ਜਿਹੜੀਆਂ ਬਿਨਾਂ ਕੱਪੜੇ ਤੋਂ ਅਸੀਂ ਕਹਿ ਸਕਦੇ ਹਾਂ। ਅਤੇ ਜਿਹੜੇ ਬੰਦਿਆਂ ਨੇ ਫ਼ੋਨ ਉਹਨੂੰ ਠੀਕ ਕਰਕੇ ਦੇਣਾ ਸੀਗਾ, ਉਹਨਾਂ ਨੇ ਫੋਟੋਆਂ ਨੂੰ ਚੋਰੀ ਕਰਕੇ, ਉਹਦੀਆਂ ਫੋਟੋਆਂ ਨੂੰ ਚੋਰੀ ਕਰਕੇ ਫੇਸਬੁੱਕ ਉੱਤੇ ਪਾ ਦਿੱਤੀਆਂ ਜਾਂ ਫਿਰ ਸੋਸ਼ਲ ਮੀਡੀਆ 'ਤੇ ਪਾ ਦਿੱਤੀਆਂ, ਜਿਹੜੀਆਂ ਕੁੜੀ ਨੂੰ ਕਾਫੀ ਟਾਈਮ ਬਾਅਦ ਲੱਭਿਆ ਕਿ ਇਹ ਤਾਂ ਫੋਟੋਆਂ ਉਹਦੀਆਂ ਸਨ। ਪਰ ਐਪਲ ਨੂੰ ਉਹਨੂੰ ਜਿਹੜਾ ਤਕਰੀਬਨ 4 ਤੋਂ 5 ਮਿਲੀਅਨ ਤੱਕ ਜਿਹੜਾ ਜੁਰਮਾਨਾ ਦੇਣਾ ਪਿਆ ਜੀ। ਅਤੇ ਕਹਿਣ ਦਾ ਮਤਲਬ ਆ 40-50 ਲੱਖ ਰੁਪਈਏ ਉਹਨਾਂ ਨੂੰ ਦੇਣੇ ਪਏ। 2016 ਦੇ ਵਿੱਚ ਇਹ ਕੇਸ ਯੂਨਾਈਟਿਡ ਸਟੇਟ ਜਿਹੜਾ ਕੈਲੀਫੋਰਨੀਆ ਦੇ ਵਿੱਚ ਚੱਲਿਆ ਸੀ, ਅਤੇ ਹੁਣ ਜਾ ਕੇ ਜਿਹੜਾ ਇਹਦਾ ਫੈਸਲਾ ਸੁਣਵਾਈ ਹੋ ਗਈ ਹੈ। ਪਰ ਇਹ ਤੋਂ ਬਚਣ ਦਾ ਇੱਕੋ ਹੀ ਸੌਖਾ ਤਰੀਕਾ, ਆਪਣੇ ਜਿਹੜੇ ਪਰਸਨਲ ਫੋਨ ਨੇ ਉਹਨਾਂ ਦੇ ਵਿੱਚ ਜੋ ਆਪਣੀਆਂ ਤਸਵੀਰਾਂ ਜ਼ਿਆਦਾ ਇੰਟੀਮੇਟ ਜਿਹੜੀਆਂ ਹੋ ਗਈਆਂ ਨੇ ਤਸਵੀਰਾਂ, ਉਹ ਨਾ ਖਿੱਚੋ ਜੀ। ਜੇਕਰ ਹਨ ਠੀਕ ਕਰਵਾਉਣ ਜਾਣਾ ਤਾਂ ਉਹਨਾਂ ਨੂੰ ਡਿਲੀਟ ਕਰੋ ਜੀ। ਇੱਦਾਂ ਦੀਆਂ ਤਸਵੀਰਾਂ ਨੂੰ ਕੋਈ ਗਲਤ ਮਿਸਯੂਜ਼ ਵੀ ਕਰ ਸਕਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।